ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਦਿਲਜੋਤ ਸਿੰਘ ਤੇ ਮੇਰੇ ਨਾਲ ਇਸ ਟਾਈਮ ਬੈਠੇ ਨੇ ਪਰਮਜੀਤ ਸਿੰਘ ਵੀਰ ਜੀ, ਜੋ ਕਿ ਪੰਥਕ ਸੇਵਾ ਦਲ ਦੇ ਦਿੱਲੀ ਪ੍ਰਧਾਨ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਰ, ਜਿਸ ਤਰ੍ਹਾਂ ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨਸ ਆਉਣ ਵਾਲੀਆਂ ਨੇ ਸਰ, ਇਸ ਵਾਰੀ ਤੁਹਾਡੀ ਕੀ ਸਟ੍ਰੈਟਜੀ ਹੈ, ਕੀ ਕੈਂਪੇਨ ਹੈ, ਤੁਹਾਨੂੰ ਸਾਨੂੰ ਥੋੜਾ ਚਾਨਣਾ ਪਾਓਗੇ? ਬਿਲਕੁਲ। ਦੇਖੋ ਜੀ, ਸਾਡੀ ਪੰਥਕ ਸੇਵਾ ਦਲ ਪਾਰਟੀ ਹੈ ਔਰ ਦੇਖੋ ਇਹ ਇਲੈਕਸ਼ਨ ਆਲਰੇਡੀ ਪਹਿਲਾਂ ਹੋਣੇ ਸਨ 25 ਅਪ੍ਰੈਲ ਨੂੰ, ਜੋ ਪੋਸਟਪੋਨਡ ਹੋ ਗਏ ਸਨ ਕਰੋਨਾ ਕਰਕੇ। ਹੁਣ ਸਾਨੂੰ ਉਮੀਦ ਹੈ ਕਿ 18 ਮਈ ਜਾਂ 25 ਮਈ ਜੋ ਹਾਲਾਤ ਨੇ, ਕਿਉਂਕਿ ਐਲਜੀ ਸਾਹਿਬ ਕੋਲ ਫਾਈਲ ਗਈ ਹੋਈ ਔਰ ਸਾਈਨ ਹੋ ਜਾਣਗੇ ਕੱਲ੍ਹ ਜਾਂ ਪਰਸੋਂ ਤੱਕ। ਅਤੇ ਜੋ ਸਾਡਾ ਏਜੰਡਾ ਸੀ ਉਹ ਬੜਾ ਕਲੀਅਰ ਸੀ ਕਿ ਅਸੀਂ ਐਂਟੀ ਕਰਪਸ਼ਨ ਜੋ ਇੱਕ ਪਾਰਟੀ ਬਣਾਈ ਸੀ, ਜੋ ਕਰਪਸ਼ਨ ਦਿੱਲੀ ਕਮੇਟੀ ਚੱਲ ਰਹੀ ਸੀ ਕਿ ਕਰਪਸ਼ਨ ਇੱਥੇ ਨਾ ਹੋਏ, ਔਰ ਇਸ ਕਰਕੇ ਅਸੀਂ ਇਹ ਪਾਰਟੀ ਬਣਾਈ ਸੀ। ਔਰ ਹੁਣ ਅਸੀਂ ਜੋ 46 ਸੀਟਾਂ ਤੋਂ ਅਸੀਂ ਲੜਨਾ ਸੀ, ਫਿਲਹਾਲ ਅਸੀਂ 30 ਸੀਟਾਂ ਦੇ ਕਰੀਬ ਲੜ ਰਹੇ ਹਾਂ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸੰਗਤ ਸਾਨੂੰ ਇਸ ਵਾਰ ਚੁਣ ਕੇ ਆਏ, ਕਿਉਂਕਿ ਦੋਨੋਂ ਪਾਰਟੀਆਂ ਦੇਖੋ, ਅੱਜ ਸਵੇਰੇ ਵੀ ਕਿਧਰੇ ਗੱਲ ਹੋ ਰਹੀ ਸੀ ਕਿ ਜੋ ਸ਼੍ਰੋਮਣੀ ਅਕਾਲੀ ਦਲ ਜੋ ਜਿਹਦੇ ਸਿਰਸਾ ਸਾਹਿਬ ਦਿੱਲੀ ਦੇ ਪ੍ਰਧਾਨ ਨੇ, ਉਸ ਪਾਰਟੀ ਵਿੱਚ ਅਸੀਂ ਇਹ ਚੀਜ਼ ਦੇਖੀ ਕਿ ਇਸ ਪਾਰਟੀ ਵਿੱਚ ਬਹੁਤ ਸਾਰੀ ਸਿੱਖ ਵਿਰੋਧੀ ਕਾਰਨਾਮੇ ਹੋ ਰਹੇ ਨੇ। ਜਿਵੇਂ ਕਿ ਸਰ? ਜਿਵੇਂ ਦੇਖੋ, ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇਵਾਂ। ਹੁਣ ਤੁਸੀਂ ਰਕਾਬਗੰਜ ਸਾਹਿਬ ਗੁਰਦੁਆਰਾ ਦੇਖਿਆ, ਉਸ ਗੁਰਦੁਆਰੇ 'ਚ ਇਹਨਾਂ ਨੇ ਕੋਵਿਡ ਸੈਂਟਰ ਬਣਾਇਆ। ਹੁਣ ਕੋਵਿਡ ਸੈਂਟਰ ਬਣਾਉਣ ਵਾਸਤੇ ਇਹਨਾਂ ਨੂੰ ਸਰਕਾਰ ਨੂੰ ਦੱਸਣਾ ਚਾਹੀਦਾ ਸੀ ਕਿ ਬਈ ਸਿੱਖੀ ਦਾ ਵੀ ਇੱਕ ਆਪਣੀ ਮਰਿਆਦਾ ਹੈ, ਸਾਡੀ ਇਹ ਐਵੇਂ ਕਰਕੇ ਸਾਡੀ ਮਰਿਆਦਾ ਹੈ, ਤੁਸੀਂ ਇਸ ਮਰਿਆਦਾ ਅਨੁਸਾਰ ਇੱਥੇ ਖੋਲ੍ਹੋ। ਡਾਕਟਰਸ ਉਹਨਾਂ ਨੂੰ ਪਹਿਲਾਂ ਗਾਈਡ ਕਰਨਾ ਚਾਹੀਦਾ ਸੀ, ਲੇਕਿਨ ਇਹਨਾਂ ਨੇ ਕੁਝ ਨਹੀਂ ਕੀਤਾ। ਉੱਥੇ ਹੋਇਆ ਕਿ 5-10 ਦਿਨ ਬਾਅਦ ਇੱਕ ਹੈਪੀਨੈਸ ਥੈਰੇਪੀ ਦੇ ਨਾਮ 'ਤੇ ਉੱਥੇ ਅਸ਼ਲੀਲ ਗਾਣੇ ਵਜਾਏ ਗਏ। ਅਤੇ ਇਹ ਸਾਰਾ ਇੱਕ ਜੋ ਸਿੱਖੀ ਦੀ ਜਾਂ ਸਿੱਖ ਵਿਰੋਧੀ ਸਾਰੀ ਗਤੀਵਿਧੀਆਂ ਹੋਈਆਂ। ਇਸ ਤੋਂ ਇਲਾਵਾ ਕੋਈ ਵੀ ਛੋਟੀ ਮੋਟੀ ਗੱਲ, ਜਿਵੇਂ ਹੁਣ ਕਸ਼ਮੀਰ ਦਾ ਇੱਕ ਮੁੱਦਾ ਚੱਲ ਰਿਹਾ, ਕਸ਼ਮੀਰ ਦੀ ਬੱਚੀ ਦੀ ਉਹਨਾਂ ਨੇ ਇੱਥੇ ਜੋਬ ਵੀ, ਅੱਛੀ ਗੱਲ ਹੈ ਕਰਨਾ, ਦੇਖੋ ਸੇਵਾ ਕਰਨੀ ਜ਼ਰੂਰੀ ਹੈ, ਲੇਕਿਨ ਅਗਰ ਤੁਸੀਂ ਸਾਰੇ ਹਾਲਾਤ ਦੀ ਬੜੀ ਗਹਿਰਾਈ ਨਾਲ ਦੇਖੋਗੇ ਨਾ, ਤੇ ਤੁਹਾਨੂੰ ਇਹ ਲੱਗਦਾ ਕਿ ਇਹ ਸਿਰਫ ਸਿਰਸਾ ਸਾਹਿਬ ਦਾ ਕ੍ਰੀਏਟ ਕੀਤਾ ਪ੍ਰੋਪੇਗੈਂਡਾ ਲੱਗਦਾ ਸਾਨੂੰ, ਕਿ ਸਿਰਸਾ ਸਾਹਿਬ ਬਹੁਤ ਹਾਈਲਾਈਟ ਹੀ ਚਾਹਣਾ ਚਾਹੁੰਦੇ ਨੇ, ਹਰ ਗੱਲ ਦੀ ਹਾਈਲਾਈਟ ਹੀ ਚਾਹਣਾ ਚਾਹੁੰਦੇ ਨੇ। ਅਤੇ ਸਾਨੂੰ ਇਹ ਗੱਲਾਂ ਥੋੜ੍ਹੀਆਂ ਠੀਕ ਨਹੀਂ ਲੱਗੀਆਂ। ਅਸੀਂ ਚਾਹੁੰਦੇ ਹਾਂ ਕੋਈ ਸਿੱਖੀ ਦੀ ਸੇਵਾ ਪ੍ਰੋਪਰ ਤਰੀਕੇ ਨਾਲ ਹੋਏ। ਦੂਸਰੀ ਪਾਰਟੀ ਸਰਨਾ ਸਾਹਿਬ ਦੇਖ ਲਓ, ਸਰਨਾ ਸਾਹਿਬ ਵੀ ਸੀਨੇ ਬਸੀਨੇ ਐਸੇ ਲਕੀਰ 'ਤੇ ਚੱਲ ਰਹੇ ਹਨ। ਜਦੋਂ 2007 ਵਿੱਚ ਜਾਂ 8 ਵਿੱਚ 10 ਸਾਲ ਦੇ ਇਹਨਾਂ ਨੇ ਪ੍ਰਧਾਨਗੀ ਨਿਭਾਈ ਹੈ, ਅਤੇ ਇਹਨਾਂ ਨੇ ਗੁਰਬਾਣੀ ਵਿਰੋਧਤਾ ਕਰਾਈ, ਇਹਨਾਂ ਨੇ 2-2 ਸੰਗਰਾਂਦਾਂ ਮਨਾਤੀਆਂ, ਇਹਨਾਂ ਨੇ ਗੁਰਪੁਰਬ 2-2 ਮਨਾਤੇ। ਕਹਿਣ ਦਾ ਮਤਲਬ ਹੈ ਕਿ ਇਹ ਵੀ ਇੱਕ ਸਿੱਖ ਵਿਰੋਧੀ ਇਹਨਾਂ ਨੇ ਕੰਮ ਕੀਤੇ, ਅਕਾਲ ਤਖਤ ਦੇ ਨਾਲ ਸਾਹਮਣੇ ਆ ਕੇ ਖੜ੍ਹੇ ਹੋ ਗਏ। ਅਤੇ ਇਹ ਸਾਰੀਆਂ ਗੱਲਾਂ ਦੇਖਦੇ ਅਸੀਂ ਵਿਚਾਰ ਕੀਤੀ ਕੁਝ ਲੋਕਾਂ ਨੇ ਕਿ ਬਈ ਇੱਕ ਨਵੀਂ ਤੀਜੀ ਧੜ ਬਣਾਈ ਜਾਏ, ਜਿਵੇਂ ਬੀਜੇਪੀ ਔਰ ਤੁਸੀਂ ਕਹਿ ਲਓ ਕਾਂਗਰਸ ਤੋਂ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸਿਲੈਕਟ ਕੀਤਾ ਸੀ ਦਿੱਲੀ 'ਚ। ਅਸੀਂ ਕਿਹਾ ਇੱਕ ਨਵੀਂ ਪਾਰਟੀ ਬਣਾਈ ਜਾਏ ਜਿਹਦੇ 'ਚ ਅੱਛੀ ਪੰਥ ਪ੍ਰਸਤੀ ਸੋਚ ਦੇ ਲੋਕ ਇਕੱਠੇ ਹੋਣ। ਔਰ ਅਸੀਂ ਇਕੱਠੇ ਹੋ ਕੇ ਪੰਥਕ ਸੇਵਾ ਦਲ ਬਣਾਈ ਔਰ ਸੰਗਤ ਦੇ ਸਾਹਮਣੇ ਅਸੀਂ ਆਪਸ਼ਨ ਰੱਖਿਆ, ਕਿਉਂ ਪਹਿਲਾਂ ਆਪਸ਼ਨ ਨਹੀਂ ਸੀ। ਅਸੀਂ ਇੱਕ ਆਪਸ਼ਨ ਰੱਖਿਆ ਕਿ ਤੁਸੀਂ ਆਓ ਔਰ ਆ ਕੇ ਅੱਛੇ ਲੋਕ ਜਿਹੜੇ ਕਰਪਸ਼ਨ ਨਾ ਕਰਨ, ਜਿਹੜੀ ਗੁਰੂ ਘਰ ਦੀ ਸੇਵਾ ਕਰਨ, ਉਹ ਲੋਕ ਅੱਗੇ ਆਉਣ। ਸੋ ਸਾਡੀ ਇਹ ਸੋਚ, ਅਸੀਂ ਇਸੇ ਸੋਚ ਨੂੰ ਲੈ ਕੇ ਇਲੈਕਸ਼ਨ ਲੜ ਰਹੇ ਹਾਂ। ਸਰ, ਵਾਟ ਸਟੈਪਸ ਆਰ ਯੂ ਟੇਕਿੰਗ ਫॉर दैट ਟੂ ਸਟਾਪ ਦ ਕਰਪਸ਼ਨ? ਬਿਲਕੁਲ, ਦੇਖੋ ਸਟੈਪ ਦੀ ਗੱਲ ਹੈ ਕਿ ਜਦ ਤੱਕ ਦੇਖੋ, ਅਸੀਂ ਸਭ ਤੋਂ ਪਹਿਲਾਂ ਤੁਹਾਨੂੰ ਬੇਸਿਕ ਗੱਲ ਦੱਸਾਂ ਭਾਈ ਸਾਹਿਬ, 1971 ਦਾ ਐਕਟ ਬਣਿਆ ਜੋ ਗੁਰਦੁਆਰਾ ਐਕਟ ਦੇ ਤਹਿਤ ਇਲੈਕਸ਼ਨਸ ਹੁੰਦੇ ਨੇ। ਉਸ ਐਕਟ ਵਿੱਚ ਇਹ ਕਲੀਅਰ ਮੈਂਸ਼ਨ ਹੈ, ਜਦੋਂ ਐਕਟ ਬਣਿਆ ਸੀ 1971 ਵਿੱਚ, 75 ਵਿੱਚ ਪਹਿਲੇ ਚੁਣਾਵ ਹੋਏ ਸਨ, ਅਤੇ ਸਰਕਾਰ ਨੇ ਕਿਹਾ ਸੀ ਵਿਦਿਨ 4 ਇਅਰਸ ਤੁਸੀਂ ਇਹਦਾ ਜਿਹੜਾ ਰੂਲਸ ਐਂਡ ਰੈਗੂਲੇਸ਼ਨਸ ਤੁਸੀਂ ਬਣਾਓ। ਲੇਕਿਨ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਤਕਰੀਬਨ 40-42 ਸਾਲ ਹੋ ਗਏ, ਅੱਜ ਤੱਕ ਕਿਸੇ ਪਾਰਟੀ ਨੇ ਇਹਦੇ ਕੋਈ ਰੂਲਸ ਨਹੀਂ ਬਣਾਏ। ਹੋਣਾ ਤਾਂ ਇਹ ਚਾਹੀਦਾ ਸੀ ਜਦੋਂ ਕੋਈ ਪਾਰਟੀ ਆਏ ਜਾਂ ਕੋਈ ਪ੍ਰਧਾਨ ਬਣੇ ਤਾਂ ਉਹ ਇਹਦੇ ਰੂਲਸ ਬਣਾਏ ਔਰ ਇਹ ਪਾਰਲੀਮੈਂਟ ਵਿੱਚ ਪਾਸ ਹੋਏ, ਰਾਸ਼ਟਰਪਤੀ ਇਹਨੂੰ ਸਾਈਨ ਕਰੇ। ਲੇਕਿਨ ਅੱਜ ਤੱਕ ਨਾ ਇਹ ਸਰਨਾ ਪਾਰਟੀ, ਨਾ ਇਹ ਬਾਦਲ ਪਾਰਟੀ, ਨਾ ਕੋਈ ਹੋਰ ਪਾਰਟੀ, ਕਿਸੇ ਨੇ ਵੀ ਇਹ ਸਟੈਪ ਨਹੀਂ ਚੁੱਕਿਆ। ਅਸੀਂ ਸਭ ਤੋਂ ਪਹਿਲਾਂ ਇਹ ਕੋਸ਼ਿਸ਼ ਕਰਾਂਗੇ, ਜਿਸ ਤਰ੍ਹਾਂ ਸਾਨੂੰ ਸੰਗਤ ਸਾਨੂੰ ਸੇਵਾ ਦਾ ਮੌਕਾ ਬਖਸ਼ਦੀ ਹੈ, ਅਤੇ ਅਸੀਂ ਇਹ ਕਰੀਏ ਕਿ ਜਿਹੜਾ ਸਿਰਫ ਪ੍ਰਧਾਨ ਔਰ ਜਨਰਲ ਸੈਕਟਰੀ ਕੋਲ ਪਾਵਰ ਹੈ, ਉਹ ਪਾਵਰ ਡਿਜ਼ੋਲਵ ਹੋ ਕੇ ਸਾਰੀ ਐਗਜ਼ੀਕਿਊਟਿਵ ਕਮੇਟੀ ਕੋਲ ਆਏ, ਸਾਰੇ ਮੈਂਬਰਸ ਕੋਲ ਆਏ, ਤਾਂ ਕਿ ਸਾਰੀ ਸੇਵਾ ਕਰ ਸਕਣ। ਹੁਣ ਹੁੰਦਾ ਕੀ ਹੈ ਕਿ ਸਾਰੀ ਪਾਵਰ ਇਸ ਟਾਈਮ ਤੁਸੀਂ ਦੇਖੋ, ਹੁਣ ਬੜੇ ਐਗਜ਼ਾਮਪਲ ਤੁਹਾਨੂੰ ਦੇਵਾਂ ਕਿ ਸਿਰਸਾ ਸਾਹਿਬ ਨੇ ਔਰ ਜੋ ਜਨਰਲ ਸੈਕਟਰੀ ਨੇ ਬੈਠ ਕੇ ਕੱਲ੍ਹ ਪਰਸੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਜਿਹਦੇ ਬੜੇ ਸਾਰੇ ਇਹਨਾਂ ਨੇ ਕਿਹਾ ਜੀ ਅਸੀਂ ਇਹ ਫ੍ਰੀ ਕਰਾਂਗੇ, ਇਹ ਫ੍ਰੀ ਕਰਾਂਗੇ, ਇਹ ਫ੍ਰੀ ਕਰਾਂਗੇ। ਵੀ ਪਹਿਲੇ ਕਿਉਂ ਫ੍ਰੀ ਕੀਤਾ? ਤੁਸੀਂ 8 ਸਾਲ ਤੋਂ ਲੱਗੇ ਹੋ, ਇਹਦਾ ਮਤਲਬ ਤੁਸੀਂ ਇਲੈਕਸ਼ਨ ਦੇਖ ਕੇ ਇਹ ਪ੍ਰੋਪੇਗੈਂਡਾ ਕਰ ਰਹੇ ਹੋ। ਅਤੇ ਸੋ ਅਸੀਂ, ਸਾਡਾ ਜੋ ਮੇਨ ਏਜੰਡਾ ਹੈ, ਸਾਡਾ ਜੋ ਮੇਨ ਮਿਸ਼ਨ ਹੈ, ਮੋਟਿਵ ਹੈ ਕਿ ਅਸੀਂ ਅੱਛੇ ਲੋਕ ਲਿਆਉਣ ਔਰ ਕਰਪਸ਼ਨ ਖਤਮ ਹੋਏ। ਔਰ ਜੋ ਗੁਰੂ ਘਰ ਦੀ ਚੋਰੀ ਹੋ ਰਹੀ ਹੈ, ਜੋ ਐਜੂਕੇਸ਼ਨ ਦੀ ਕਾਂਡ ਹੋ ਰਹੀ ਹੈ, ਜੋ ਹਸਪੀਟੈਲਿਟੀ ਦੀ ਕਾਂਡ, ਦੇਖੋ ਹੁਣ ਇਹਨਾਂ ਨੇ ਵਾਅਦਾ ਕੀਤਾ, ਸਰਨਾ ਸਾਹਿਬ ਨੇ ਸੁਗੋਪਾ ਛੜਿਆ ਸੀ ਬਾਲਾ ਸਾਹਿਬ ਹਸਪੀਟਲ ਬਣਾਉਣਾ, ਪਰ ਉਹ ਨਹੀਂ ਬਣਾ ਪਾਏ ਕਿਉਂਕਿ ਉਹਨਾਂ ਦੀ ਨੀਅਤ ਵੀ ਸਾਫ਼ ਨਹੀਂ ਸੀ।
ਫਿਰ ਤੁਸੀਂ ਆ ਜਾਓ ਸਿਰਸਾ ਸਾਹਿਬ, ਇਹਨਾਂ ਨੇ 6 ਸਾਲ ਤੇ ਕੋਈ ਉਗ ਸੁਗ ਨਹੀਂ ਲਈ। उन्होंने स्लोगन गढ़ता 2 साल बेमिसाल। भाई 6 साल कहाँ गए? वेर इज 6 ईयर्स। जो 6 साल तुसी करप्शन की थी, चाहे उसने मनजीत सिंह जी के प्रधान सन, तो 6 साल तुसी जो इन्नियां डकैतियां, मैं डकैती वर्ड कह रहा तुहानूं ऑन रिकॉर्ड, तुसी इन्नियां डकैतियां कीतियां, वो कित्थे गईयां तुहाडी डकैतियां? इन्होंने गुरु घर लुट के, मतलब मैं हुण मेरे को शब्द नहीं है, मैं बार बार गल की चंगा भी लगता, लेकिन जो इन्होंने करप्शन की थी उसका हिसाब हुण संगत इन्हां कोल जरूर मंगेगी, क्योंकि जिथे भी जा रहे संगत इन्हां नूं पुछ रही है कि भाई पुराना हिसाब दो, एजुकेशन का हिसाब दो, जो हैल्थ केयर का हिसाब दो, हाले तक टीचर्स की तनख्वाहां नहीं मिलियां, टीचर्स की PF की हेरा फेरी हो गई, वो सारा पैसा कित्थे जा रहा है? इस संगत इन्हां कोल जरूर सवाल पूछेगी। सर ये तुसीं करप्शन की गल कीती ते करप्शन तो सर एस्केप किवें कर रहे हैं? जे इन्ने लंबे टाइम तो करते आ रहे थे, एस्केप किवें हो रहे हैं? यही दोनों कह रहा सर, ये सिर्फ जी पावर है ना, एक प्रधान और जनरल सैकटरी को है, और वो अपनी पावर का मिसयूज कर रहे हैं। ਤੁਸੀਂ देखो जो मनजीत सिंह जीके सी, ਹੁਣ ਉਹਨੂੰ ਕਹਿਣਾ ਨਹੀਂ ਚਾਹੀਦਾ कि मनजीत सिंह जीके ने एक किताबा का ऑर्डर दिता और एक हफ्ते में ऑर्डर दिता और एक हफ्ते किताबा छप के भी आ गई, बिल भी पास है, कंपनी में पेमेंट भी चली गई। ये तरह का करैक्टर है। इस तरह के बड़े सारे कपले ने जो तुम आम सुने होंगे, टेंट का कपला, कपड़िया का कपला। खुद मनजीत सिंह जीके की हूँ अपनी रिश्तेदारी जो उन्होंने कंपनी बनवाई, तो उन्होंने अपनी सारिया गल्लां संगत को पता है। एक गल मैं बार बार रिपीट नहीं कर सकता, लेकिन संगत हूँ जागरूक है, संगत हूँ समझ रही है कि भाई कैसे कैसे लोगों ने कैसे कैसी सेवा की थी, किन्ने करोड़ों का कपले हुए ने। हूँ संगत जरूर इस बार नवे लोग लैके आएगी, नवी सोच के बंदे लैके आएगी, ये सानू पूरा विश्वास है। एंड सर तुहानू बिलीव है कि सर ये जो कन्वर्जन का मामला चल रहा है कि सिख लड़की को कन्वर्ट कराया गया मुस्लिम धर्म के विच, फिर उसका ब्याह करवाया गया वापस लिया के, तो सर वो मैटर सर इलैक्शन के नाल कोई रिलेशन है उससे या नहीं है? देखो पहला दी गल सिर देखो, ये तो एक सिक्खी की ना सेवा की भावना होनी चाहिए है। इस मैटर का दिल्ली कमेटी इलैक्शन नाल कोई लेना देना नहीं है, लेकिन सिरसा साहब ने और सरना जी ने भी, दोनों ने इस मुद्दे को इन्ना हाइप किया और संगत यह शो करने की कोशिश की कि असी बड़े लीडर सिख पंथ दे, असी हमदर्द हाँ, असी ये काम रोक सकते हैं। मैनू लगता है कि यह काम पर्दे के पिछे भी हो सकता सी, बिना मीडिया आए भी हो सकता सी। तुसीं जाओ जाके गुरु की सेवा करो। हुण सरना साहब ने स्टैप बाय स्टैप की वीडियो रिलीज़ की, तुसीं उन्होंने फेसबुक पेज देख लो, ही इज़ रिलीजिंग स्टैप बाय स्टैप एवरीथिंग। वाई की तुसीं संगत दी साबित करना चाहते हो कि साड़ी बच्चियां विआह कर रही ने कन्वर्ट, तुसीं जो वापस विआह करा रहे हो? ये बिल्कुल फिजूल गल्लां ने। और देखो एयरपोर्ट ते आके उन्हों का स्वागत हो रहा है, उत्थे जाना उन्हों का स्वागत हो रहा है, ये गल्लां सर सानू समझ नहीं है। इस करके इस मुद्दे नूं असीं चाहते हैं कि इस तरह का कोई मुद्दा है, देखो हुंदा मुद्दा, मैं नहीं कहता, कई बार बच्चे गलत स्टैप चक लेंदे ने, लेकिन यह मामला अपने घर च बैठ के सुलझाया जाता। अज मैं कहना किसी लीडर की कोई कुड़ी होंगी इस तरह ना हाइप करते हो, वो अपने घर बैठ के इस मामले में सुलझा देते। एक आम बच्चे में तुसीं इन्ना ज़्यादा, मतलब मैनू ये गल समझ नहीं आई, सो माफ़ करिए जी, मैं हक मैं इस चीज़ सरने भी गलत कहूँगा और सिरसे भी गलत, दोनों पार्टियों को गलत कहूँगा। इन्होंने इस मुद्दे को पोलिटिसाइज किया और इन्होंने दिल्ली कमेटी वोट वास्ते सोचा कि सानू वोट संगत देगी, लेकिन संगत इन्होंने मुद्दों पर बिल्कुल वोट नहीं देगी, क्योंकि संगत ने चाहती है कि तुसी एजुकेशन की कोई गल करो, तुसी हेल्थ केयर की गल करो, गुरुद्वारे के सौंदर्यीकरण की गल करो, कोई विडोज़ की वेलफेयर की गल करो, बच्चों की एजुकेशन की गल करो, बच्चों की जॉब्स की गल करो। अज तक दिल्ली कमेटी ने कोई जॉब सैमीनार नहीं लगाया, क्यों नहीं लगाया? इस तरह की गल संगत चाहती है। असीं ते इलाके जाने, मैनूं तो अफसोस नाल कहना पै रहा है कि बादल पार्टी के कुछ ऐसे लोग ने जिन्होंने जपजी साहब का पाठ भी भाई साहब करना नहीं आता, जबकि शायद तुहानूं पता होएगा कि दिल्ली कमेटी का एक रूल है कि अमृतधारी सिख ही इलैक्शन लड़ सकता है और उन्होंने 5 बाणियां नित्यनेम करना आंदा होए। मैं ऑन मतलब रिकॉर्ड थोड़े ऑन कैमरा मैं गल चैलेंज करना कि बादल पार्टी के अगर 46 कैंडीडेट ने तो 40 तो जपजी साहब करना नहीं आंदा होएगा। सर कैन यू नेम सम सच कैंडीडेट्स? मेरे इलाके देख लो तुसीं, मेरे इलाके जो बादल पार्टी लड़ रहे सुरजीत सिंह जीती, उन्होंने लगता नहीं जपजी साहब भी करनी आती हो। जाप साहब तो सोचना ही ना हो, अगर जाप साहब कर दें मैं जो आखोगे हार जाऊंगा मैं। तुसीं उन्होंने बिठाओ मेरे नाल, आखो भाई साहब जाप साहब करके सुनाओ, जाप साहब नहीं कर सकते हो। उन्होंने तो यह भी पूछ लो 5 बड़ियां किड़ियां शायद वो भी ना पता हो। ऐसे बड़े सारे लोग ने उनकी तुसीं नाम लें दो, बहुत सारे ऐसे लोग ने। देखो पिछे नॉमिनेशन जो हुई सी तो नॉमिनेशन दिल्ली सरकार ने एक रूल बनाया सी कि जिहड़ा भी बंदा नॉमिनेशन करन जाता वो पंजाबी लिखेगा और पढ़ेगा, तो बादल पार्टी के एक बंदे को पंजाबी लिखनी भी नहीं आई, पढ़नी भी नहीं आई। सेम सर ना उन्होंने एक 2 कैंडीडेट ना लिखनी आई तो ना पढ़नी आई। तो तुसीं आप अंदाज लगाओ जिन्होंने गुरमुखी पंजाबी लिखनी नहीं आती, पढ़नी नहीं आती, वो दिल्ली कमेटी के मैंबर बन रहे हैं, वो सेवा की करनगे? वो गुरु घर की सेवा की करनगे? ਜਿਹੜੇ आप सिक्खी नाल नहीं जोड़े, वो सिखी नाल लोगों को की जोड़नगे?
ਸੋ ਇਹ ਬੜਾ ਅਫਸੋਸਜਨਕ ਹੈ ਸਾਡੇ ਉੱਪਰ ਇਲੈਕਸ਼ਨ ਜਿਹੜੇ ਥੋਪੇ ਗਏ ਨੇ ਇਹ ਵੀ ਬੜਾ ਅਜੀਬ ਲੱਗਦਾ। ਦੇਖੋ ਕਹਿਣਾ ਨਹੀਂ ਚਾਹੀਦਾ ਕਿ ਸਿਰਫ ਪੈਸਾ ਹਾਵੀ ਹੋ ਚੁੱਕਿਆ ਸਾਡੇ ਉੱਪਰ ਵੀ, ਗੁਰੂ ਘਰ ਦੀ ਸੇਵਾ ਨਹੀਂ ਰਹਿ ਗਈ ਕਿਸੇ ਕੋਲ ਵੀ। ਤੇ ਸਰ ਇੱਕ ਰੈਂਡਮ ਕੁਐਸਚਨ ਪੁੱਛਦੇ ਹੋਏ ਹੋਰ ਕਿ ਅਮਿਤਾਭ ਬੱਚਨ ਦਾ ਸਰ ਮੁੱਦਾ ਬਹੁਤ ਪੱਕਿਆ ਹੈ ਇੱਥੇ। ਬਿਲਕੁਲ ਸਰ ਉਸ ਉੱਤੇ ਤੁਹਾਡਾ ਕੀ ਕਹਿਣਾ ਹੈ ਕਿ 2 ਕਰੋੜ ਕੋਈ 10 ਕਰੋੜ ਕਹਿ ਰਿਹਾ ਹੈ, ਕੋਈ 12 ਕਰੋੜ ਹੈ ਜਾਂ ਕੀ ਹੈਗੇ, ਕੀ ਉਸ ਬਾਰੇ ਕੀ ਕਹਿਣਾ ਤੁਹਾਡਾ? ਦੇਖੋ ਸਰ ਜਿਹੜਾ ਅਮਿਤਾਭ ਬੱਚਨ ਦਾ ਮੁੱਦਾ ਸੀ ਉਸ ਮੁੱਦੇ ਦੇ ਵੀ ਮਨਜਿੰਦਰ ਸਿੰਘ ਸਿਰਸਾ ਨੇ ਪੰਥ ਨੂੰ ਗੁੰਮਰਾਹ ਕੀਤਾ। ਅਗਰ ਤੁਸੀਂ 2 ਕਰੋੜ ਲਿਆ, ਇਹਨਾਂ ਨੇ ਪਹਿਲਾਂ ਕਿਹਾ ਜੀ 2 ਕਰੋੜ ਲਿਆ, ਅਮਿਤਾਭ ਬੱਚਨ ਦਾ ਟਵੀਟ ਆ ਗਿਆ ਜੀ ਨਹੀਂ ਮੈਂ 10 ਕਰੋੜ ਦਿੱਤਾ। ਇਹ ਸਾਡੇ ਵਾਸਤੇ ਸ਼ਰਮ ਵਾਲੀ ਗੱਲ ਹੈ। ਅੱਜ ਤੱਕ ਦੇ ਇਤਿਹਾਸ ਵਿੱਚ ਦੇਖੋ ਗੁਰਸਿੱਖ ਹਮੇਸ਼ਾ ਦਿੰਦੇ ਹੀ ਆਏ ਨੇ ਔਰ ਕਦੀ ਵੀ ਕੋਈ ਗੁਰੂ ਘਰ ਨੇ ਕਿਧਰੇ ਵੀ ਐਡ ਨਹੀਂ ਕੀਤੀ ਪੈਸਿਆਂ ਵਾਸਤੇ। ਇਹਨਾਂ ਨੇ NDTV ਦੀ ਐਡ ਵੀ ਚਲਾਤੀ ਕਿ ਸਾਨੂੰ ਦਾਨ ਦਿਓ ਜੀ, ਕੋਵਿਡ ਸਾਨੂੰ ਦਾਨ ਦਿਓ ਜੀ। ਅਰੇ ਗੁਰੂ ਘਰ ਕੀ ਮਾਇਆ ਦੀ ਕਮੀ ਭਾਈ ਸਾਹਿਬ? ਬੇਹਿਸਾਬ ਸਿੱਖ ਸੇਵਕ ਨੇ ਜਿਹੜੇ ਬੇਹਿਸਾਬ ਦਾਨ ਪੁੰਨ ਕਰਦੇ ਨੇ, ਕਿਸੇ ਗੱਲ ਦੀ ਕਮੀ ਨਹੀਂ। ਹੁਣ ਲੋਕਡਾਊਨ ਵਿੱਚ ਖੁਦ ਮੈਂ ਆਪ ਬੜੀ ਸੇਵਾ ਕੀਤੀ ਹੈ ਗੁਰੂ ਕਿਰਪਾ ਨਾਲ, ਗੁਰੂ ਦੇ ਸੰਗਤਾਂ ਦੇ ਸਹਿਯੋਗ ਨਾਲ, ਗੁਰੂ ਦੀ ਕਿਰਪਾ ਨਾਲ। ਮੈਂ ਘੱਟ ਤੋਂ ਘੱਟ ਨਹੀਂ ਵੀ 2-3 ਹਜ਼ਾਰ ਪੈਕੇਟ ਜੋ ਰਾਸ਼ਨ ਦੇ ਆਪਣੇ ਇਲਾਕੇ 'ਚ ਹੋਰ ਇਲਾਕੇ 'ਚ ਅਸੀਂ ਵੰਡੇ ਨੇ, ਬੜੀ ਸੇਵਾ ਕੀਤੀ। ਪਰ ਅਸੀਂ ਕਿਸੇ ਕੋਲ ਪੈਸਾ ਮੰਗਣ ਤੇ ਨਹੀਂ ਗਏ। ਪਰ ਇਹ ਬੜਾ ਅਫਸੋਸਜਨਕ ਗੱਲ ਹੈ, ਇਹ ਗੱਲਾਂ ਨੂੰ ਬੜਾ ਪੋਲਿਟਿਸਾਈਜ਼ ਕੀਤਾ ਗਿਆ। ਔਰ ਇਸ ਮੁੱਦੇ ਤੇ ਮੈਂ ਦੇਖੋ ਹੁਣ ਕਹਿਣਾ ਨਹੀਂ ਚਾਹੀਦਾ ਕਿ ਸਰਨਾ ਸਾਹਿਬ ਵੀ ਬੜੀ ਦੇਰ ਬਾਅਦ ਜਾਗੇ। ਸਿਰਸੇ ਦੇ ਜੋ ਇਹ ਅਮਿਤਾਭ ਬੱਚਨ ਦਾ ਐਪੀਸੋਡ ਹੋਇਆ, ਸਰਨਾ ਦੀ ਪਾਰਟੀ ਬੜੀ ਦੇਰ ਬਾਅਦ ਜਾਗੀ ਕਿਉਂਕਿ ਮੈਨੂੰ ਇਹ ਲੱਗਦਾ ਕਿ ਪਰਦੇ ਦੇ ਪਿੱਛੇ ਇਹਨਾਂ ਸਭ ਦੀ ਸੋਚ ਇੱਕੋ ਹੀ ਹੈ। ਸੋ ਅਮਿਤਾਭ ਬੱਚਨ ਤੋਂ ਪੈਸੇ ਲੈਣਾ ਜਾਂ ਉਹਦੀ ਡੋਨੇਸ਼ਨ ਵਾਸ ਇਟ ਰਾਈਟ ਔਰ ਰੋਂਗ? ਨਹੀਂ, ਰਾਈਟ ਰੋਂਗ ਦੀ ਗੱਲ ਨਹੀਂ ਹੈ। ਦੇਖੋ ਅਮਿਤਾਭ ਬੱਚਨ ਨੇ ਅਗਰ ਦਿੱਤਾ ਤਾਂ ਇਹਨਾਂ ਨੂੰ ਆਪਣਾ ਸੰਗਤ ਨੂੰ ਦੱਸਣਾ ਚਾਹੀਦਾ ਸੀ। ਇੱਕ ਸਭ ਤੋਂ ਪਹਿਲਾਂ ਦੂਸਰੀ ਗਲਤੀ ਹੈ। ਦੂਸਰਾ ਅਮਿਤਾਭ ਬੱਚਨ ਨੇ ਇੱਕ ਟਵੀਟ ਕੀ ਕਰਤਾ ਜੀ ਮੈਂ ਅਕਾਲ ਤਖਤ ਤੋਂ ਮਾਫੀ ਮੰਗੀ ਹੈ। ਅਕਾਲ ਤਖਤ ਤੋਂ ਮਾਫੀ ਦੀ ਗੱਲ ਉਹਨੇ ਕੀਤੀ ਹੈ। ਹੁਣ ਇਸ ਚੀਜ਼ ਨੂੰ ਦਿੱਲੀ ਕਮੇਟੀ ਨੂੰ ਪਹਿਲਾਂ ਸੰਗਤਾਂ ਕੋਲੋਂ ਇਸ ਗੱਲ ਦੀ ਇਜਾਜ਼ਤ ਲੈਣੀ ਚਾਹੀਦੀ ਸੀ, ਸੰਗਤਾਂ ਨੂੰ ਦੱਸਣਾ ਚਾਹੀਦਾ ਸੀ, ਸੰਗਤਾਂ ਕੋਲੋਂ ਆਗਿਆ ਲੈਣੀ ਚਾਹੀਦੀ ਸੀ ਕਿ ਤੁਸੀਂ ਕੀ ਕਹਿੰਦੇ ਹੋ। ਦੇਖੋ ਗੁਰੂ ਘਰ ਵਿੱਚ ਕਿਸੇ ਚੀਜ਼ ਦੀ ਲੋੜ ਨਹੀਂ ਔਰ ਗੁਰੂ ਘਰ ਦੇਖੋ ਦਾਨ ਤਾਂ ਕੋਈ ਵੀ ਕਰ ਸਕਦਾ ਹੈ। ਲੇਕਿਨ ਅਮਿਤਾਭ ਬੱਚਨ ਨੇ ਕੀਤਾ, ਉਸ ਗੱਲ ਨੂੰ ਇਹਨਾਂ ਨੇ ਪੂਰਾ ਪੋਲਿਟਿਸਾਈਜ਼ ਕੀਤਾ ਔਰ ਇਹਦਾ ਵੀ ਇਹਨਾਂ ਨੇ ਪੋਲੀਟੀਕਲ ਬੈਨੀਫਿਟ ਚੁੱਕਣਾ ਚਾਹਿਆ। ਸਰਨਾ ਨੇ ਵੀ ਔਰ ਸਿਰਸੇ ਨੇ ਵੀ। ਦੇਖੋ ਨਾ ਸਰਨਾ ਸਾਹਿਬ ਅੱਜ ਤੱਕ ਕਾਂਗਰਸ ਦੇ ਨਾਲ ਰਹੇ ਨੇ। 84 ਦੇ ਜਿਹੜੇ ਕਲਪਿਤ ਸਾਹਿਬ ਕੀ ਉਹਨਾਂ ਨੇ ਸਰੋਪੇ ਵੀ ਪਾਏ ਨੇ ਸਟੇਜਾਂ ਤੇ ਖੜ ਕੇ। ਉਹ ਗੱਲਾਂ ਹੁਣ ਸੰਗਤਾਂ ਦੇ ਸਾਹਮਣੇ ਸਾਰੀਆਂ ਗੱਲਾਂ ਖੁੱਲ੍ਹ ਕੇ ਆਉਣੀਆਂ ਚਾਹੀਦੀਆਂ ਸਨ। ਅਸੀਂ ਸਮਝਦੇ ਹਾਂ ਗੱਲਾਂ 'ਚ ਬੜਾ ਪਰਦਾ ਪਾਇਆ ਗਿਆ। ਅਮਿਤਾਭ ਬੱਚਨ ਦੇ ਐਪੀਸੋਡ ਵਿੱਚ ਹਾਲੇ ਤੱਕ ਸੰਗਤਾਂ ਤੱਕ ਪੂਰੀ ਗੱਲ ਨਹੀਂ ਪਹੁੰਚੀ ਕਿ ਕਿੰਨਾ ਪੈਸਾ ਆਇਆ, ਕਿਵੇਂ ਪੈਸਾ ਆਇਆ, ਕਿਉਂ ਪੈਸਾ ਆਇਆ, ਅਮਿਤਾਭ ਬੱਚਨ ਨੂੰ ਕਿੰਨੇ ਪ੍ਰੇਰਣਾ ਕੀਤੀ ਸੇਵਾ ਕਰਨ ਵਾਸਤੇ। ਇਹ ਗੱਲਾਂ ਹਾਲੇ ਤੱਕ ਪਹੁੰਚੀਆਂ ਹੀ ਨਹੀਂ। ਹਾਲੇ ਤੱਕ ਸਾਰੀਆਂ ਗੋਲਮੋਲ ਗੱਲਾਂ ਨੇ। ਬਾਕੀ ਇਹ ਦੁਖਦਾਈ ਗੱਲਾਂ ਨੇ ਕਿਉਂਕਿ ਦਿੱਲੀ ਕਮੇਟੀ ਨੂੰ ਚਾਹੀਦਾ ਕਿ ਇੱਕ ਤਾਂ ਆਪਣੇ ਅਕਾਊਂਟਸ ਵੀ ਪੂਰੇ ਟਰਾਂਸਪੇਰੈਂਟ ਰੱਖੇ। ਪਹਿਲਾਂ ਸੀਸਗੰਜ ਇੱਕ ਮੈਗਜ਼ੀਨ ਆਉਂਦੀ, ਉਸ ਮੈਗਜ਼ੀਨ ਨੇ ਹਰ 3 ਮਹੀਨੇ ਬਾਅਦ ਦਿੱਲੀ ਕਮੇਟੀ ਦਾ ਪੂਰਾ ਅਕਾਊਂਟ ਦਾ ਵੇਰਵਾ ਦਿੱਤਾ ਜਾਂਦਾ ਸੀ। ਉਹ ਵੇਰਵਾ ਦੇ ਆਉਣਾ ਵੀ ਬੰਦ ਹੋ ਗਿਆ। ਮਤਲਬ ਹੁਣ ਕੋਈ ਵਾਲੀ ਵਾਰਸ ਨਹੀਂ ਦਿੱਲੀ ਕਮੇਟੀ। ਇਸ ਟਾਈਮ ਤੇ ਜੋ ਪ੍ਰਧਾਨ ਦੀ ਮਰਜ਼ੀ ਜਾ ਰਿਹਾ, ਜੋ ਜਨਰਲ ਸੈਕਟਰੀ ਉਹ ਕਰੀ ਜਾ ਰਹੇ ਨੇ। ਇਹ ਬੜਾ ਅਫਸੋਸਜਨਕ ਹੈ। ਹੁਣ ਅਸੀਂ ਆਸਾ ਕਰਨੇ ਇੱਕ ਨਵੀਂ ਅੱਛੀ ਕਮੇਟੀ ਆਏ, ਅੱਛਾ ਪ੍ਰਧਾਨ ਆਏ, ਅੱਛੇ ਲੋਕ ਆਣ ਔਰ ਗੁਰੂ ਕੇ ਪਾਸ ਅੱਛੀ ਸੇਵਾ ਹੋਏ। ਅਸੀਂ ਇਹੀ ਚਾਹੁੰਦੇ ਹਾਂ। ਸਰ ਇੱਕ ਲਾਸਟ ਕੁਐਸਚਨ ਪੁੱਛਦੇ ਸਰ, ਜੋ ਕੋਵਿਡ ਦੇ ਕਾਰਨ 1 ਸਾਲ ਦੇ ਵਿੱਚ ਪਿੱਛੇ ਜੋ ਐਕਸਪਾਇਰ ਹੋਏ ਨੇ ਜੋ ਸਿੱਖ ਸੰਗਤ ਸੀਗੀ ਸਰ, ਉਹਨਾਂ ਬਾਰੇ ਉਹਨਾਂ ਦੀ ਵੈਲਫੇਅਰ ਵਾਸਤੇ, ਉਹਨਾਂ ਦੀ ਫੈਮਿਲੀ ਦੀ ਵੈਲਫੇਅਰ ਵਾਸਤੇ ਤੁਹਾਡੇ ਕੀ ਸਟੈਪ ਹੋਣਗੇ? ਦੇਖੋ ਸਰ ਅਸੀਂ ਤੇ ਮੈਂ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸਾਂ ਕਿ ਹੁਣ ਇਹ ਮੇਰਾ ਇੱਕ ਦੇਖੋ ਇੱਕ ਏਜੰਡਾ ਜੋ ਅਸੀਂ ਇਲੈਕਸ਼ਨ ਲੜ ਰਹੇ ਸੀ, ਮੈਨੀਫੈਸਟੋ ਸਾਡਾ ਇਸ ਏਰੀਆ ਮੈਨੀਫੈਸਟੋ। ਇਸ ਮੇਰੀਆ ਮੈਨੀਫੈਸਟੋ ਨੂੰ ਦੇਖ ਕੇ ਮੈਨੂੰ ਲੱਗਦਾ ਕਈ ਕੰਮ ਦਿੱਲੀ ਕਮੇਟੀ ਕਰ ਰਹੀ ਹੈ। ਇਹ ਵਾਲਾ ਜਿਹੜਾ ਇਹਨਾਂ ਨੇ ਦੇਖੋ ਮੈਂ ਆਪਣੇ ਇੱਕ ਸਾਡੀ ਪਾਰਟੀ ਦੀ ਮੀਟਿੰਗ ਦੀ ਟਨ ਹੋਈ, ਮੈਂ ਗੱਲ ਕਹੀ ਕਿ ਜੋ ਵੀ ਸਾਡਾ ਕੋਵਿਡ ਦੇ ਕਿਸੇ ਨੂੰ ਕੋਈ ਇਫੈਕਟਡ ਪਰਿਵਾਰ ਹੈ ਉਹਦੀ ਪੈਨਸ਼ਨ ਲੱਗੇ, ਉਹਨੂੰ ਰਾਸ਼ਨ ਫ੍ਰੀ ਜਾਏ, ਉਹਦੇ ਬੱਚਿਆਂ ਦੀ ਵੈਕੇਸ਼ਨ ਫ੍ਰੀ ਹੋਏ, ਉਹਦੇ ਵਾਸਤੇ ਕੁਝ ਹੋਰ ਬਿਜ਼ਨਸ ਦਾ ਜਾਂ ਕੋਈ ਨੌਕਰੀ ਦਾ ਪ੍ਰਬੰਧ ਕੀਤਾ ਜਾਏ। ਹੁਣ ਸਾਨੂੰ ਸੁਣਿਆ ਜਾ ਰਿਹਾ ਕਿ ਦਿੱਲੀ ਕਮੇਟੀ ਨੇ ਅਨਾਉਂਸਮੈਂਟਸ ਕੀਤੀ ਹੈ, ਪਰ ਇਹਦੀ ਕਿੰਨੀ ਸੱਚਾਈ ਹੈ, ਕਿੰਨੀ ਇੰਪਲੀਮੈਂਟ ਹੈ ਤੇ ਉਹ ਦੱਸਣਗੇ। ਲੇਕਿਨ ਅਸੀਂ ਇਸ ਗੱਲ ਦੀ ਗਰੰਟੀ ਕਰਨੇ ਆ ਕਿ ਅਗਰ ਸੰਗਤ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਤੇ ਸਾਡੀ ਪਾਰਟੀ ਵੱਲੋਂ ਜੋ ਵੀ ਸਿੱਖ ਪਰਿਵਾਰ ਜੋ ਇਫੈਕਟਡ ਨੇ ਕਰੋਨਾ ਤੋਂ, ਕਿਸੇ ਦਾ ਡੈਥ ਹੋ ਗਈ ਹੈ, ਉਹਨੂੰ ਅਸੀਂ ਕੰਪਨਸੇਸ਼ਨ ਵੀ ਦਾਂਗੇ, ਉਹਦੀ ਅਸੀਂ ਕੋਸ਼ਿਸ਼ ਕਰਕੇ ਨੌਕਰੀ ਵੀ ਦਾਂਗੇ, ਉਹਦੀ ਅਸੀਂ ਪੈਨਸ਼ਨ ਵੀ ਲਗਵਾਵਾਂਗੇ। ਮੈਂ ਸਿਰਸਾ ਸਾਹਿਬ ਨੂੰ ਇੱਕ ਸਵਾਲ ਹੋਰ ਪੁੱਛਣਾ ਚਾਹੁੰਦਾ ਕਿ ਅੱਛੀ ਗੱਲ ਹੈ ਉਹ ਬੱਚੀ ਨੂੰ ਜਿਹੜੇ ਜੰਮੂ ਕਸ਼ਮੀਰ ਤੋਂ ਆਏ ਉਹਦਾ ਹਸਬੈਂਡ ਤੁਸੀਂ ਨੌਕਰੀ ਦਿੱਤੀ, ਤੁਸੀਂ ਅੱਜ ਤੱਕ ਕਿਸੇ ਵੀ ਕਰੋਨਾ ਇਫੈਕਟਡ ਪਰਿਵਾਰ ਨੂੰ ਕੋਈ ਨੌਕਰੀ ਦਿੱਤੀ? ਮੇਰੇ ਸਾਹਮਣੇ ਨਹੀਂ ਦਿੱਤੀ। ਸਿਰਫ ਅਨਾਉਂਸਮੈਂਟ ਕਰਨ ਨਾਲ ਗੱਲ ਨਹੀਂ ਬਣਨੀ, ਉਹਨੂੰ ਇੰਪਲੀਮੈਂਟ ਕਰਨ ਨਾਲ ਗੱਲ ਬਣਨੀ ਹੈ। ਤੇ ਮੈਂ ਤੁਹਾਡੇ ਰਾਹੀਂ ਉਹਨਾਂ ਨੂੰ ਇਸ ਸੁਨੇਹਾ ਦੇਣਾ ਚਾਹੁੰਦਾ ਕਿ ਭਾਈ ਕੋਈ ਇੰਪਲੀਮੈਂਟ ਵੀ ਕਰ ਲਿਆ ਜੇ। ਸਾਰੀਆਂ ਗੱਲਾਂ ਝੂਠ ਨਾ ਬੋਲੋ ਕਿਉਂਕਿ ਇਹ ਅਨਾਰ 100 ਬਿਮਾਰ ਜੋ ਮਤਲਬ ਉਹ
ਕਹਿੰਦੇ ਨਾ ਕਿ ਗਾਣਾ ਹੈਗਾ ਝੂਠ ਬੋਲੇ ਕਊਆ ਕਾਟੇ, ਇਹਨੂੰ ਤਾਂ ਕਊਏ ਨੇ ਕੱਟਣਾ ਸਿਰਸੇ ਨੂੰ। ਇਹ ਝੂਠ ਦਾ ਪੁਲਿੰਦਾ ਹੈ, ਇਹ ਸਿਰਫ ਝੂਠ ਝੂਠ ਝੂਠ, ਸੱਚ ਤਾਂ ਅੱਜ ਤੱਕ ਬੋਲਿਆ ਹੀ ਨਹੀਂ ਹੈ। ਹੁਣ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ ਹੁਣ ਇਹ ਇਲੈਕਸ਼ਨਾਂ ਤੋਂ ਬਾਅਦ ਜਾਂ ਪਹਿਲਾਂ ਪਤਾ ਲੱਗੇਗਾ। ठीक है सर, तो एक छोटी ये जानकारी सर, टोटल रजिस्टर्ड मेंबर कितने ने अपने? ये रजिस्टर्ड मेंबर किस तरह मतलब जो वोट पास होते हैं अपने दिल्ली गुरदासपुर? देखो जी, ये जी 4,17,000 के करीब साड़ी टोटल वोट दिल्ली च ने, लेकिन मैं वही तुहानूं कह रहा कि वोटिंग ही नहीं होंदी। लास्ट टाइम वोटिंग सिर्फ 45% के करीब वोटिंग हुई सी, और हुण असी कोशिश कर रहे हैं कि ज़्यादा तो ज़्यादा वोटिंग होए, ज़्यादा वोटां भी बनन। तो कोशिश है, देखो असी संगत नूं भी तुहाडे अपील कर रहे हैं कि जरूर तुसीं वोट पाना हो, और जिन्ने वध तो वध वोट पाओगे उन्ना वध तो वध सिक्खी का प्रचार प्रसार होएगा और अच्छे लोग आएंगे। क्योंकि एक ना होर बड़ी माइनस पॉइंट है कि जिन्ने भी थोड़े धनाड़ सिख ने या अपर मिडल क्लास से वो तो बिल्कुल वोट पान आंदा ही नहीं है। जो वोट की अनाउंसमेंट होती है तो बाहर घूमन चले जाते हैं। तो इस करके ये भी बड़ा एक मैं कहना ट्रेजडी है कि मैं उन्होंने भी अपील करांगा कि तुसीं भी बाहर आओ, और अच्छी सोच के बंदे जिहड़े तुहानूं लगदा है गुरु घर की सेवा कर सकन, जिहड़े बाणी और बाणी प्रपक्क होण, उन्होंने अगे लैके आओ। ਤੁਸੀਂ ਅੱਜ ਤੱਕ ਉਹ ਬੰਦੇ ਅੱਗੇ ਲੈ ਕੇ ਆਏ ਨੇ ਜਿਨ੍ਹਾਂ ਬੰਦਿਆਂ ਦਾ ਮੋਟਿਵ ਸਿਰਫ ਦਿੱਲੀ ਕਮੇਟੀ ਦੀ ਗੋਲਕ ਖਾਨਾ ਰਿਹਾ। ਤੇ ਪਲੀਜ਼ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਤੁਹਾਡੇ ਰਾਹੀਂ ਕਿ ਉਹ ਲੋਕ ਅੱਗੇ ਆਉਣ ਜਿਹੜੇ ਗੁਰੂ ਘਰ ਦੀ ਸੇਵਾ ਕਰ ਸਕਣ ਔਰ ਤਨ ਮਨ ਧਨ ਨਾਲ ਸੇਵਾ ਕਰ ਸਕਣ। ਐਸੇ ਲੋਕ ਅੱਗੇ ਆਉਣ, ਬਸ ਮੇਰੀ ਇਹੀ ਰਿਕੁਐਸਟ ਹੈ ਤੁਹਾਨੂੰ ਵੀ, ਤੁਹਾਡੇ ਥਰੂ ਸਾਰੀ ਸੰਗਤ ਨੂੰ। ਸਰ ਤੁਸੀਂ ਕਿਹਾ ਕਿ 4.17 ਲਗਭਗ ਅਪਰੋਕਸੀਮੇਟਲੀ 4 ਹਾਂ, ਤੇ ਇਹਦੇ ਵਿੱਚ ਸਰ ਕਰੋਨਾ ਦੇ ਕਾਰਨ ਕਿੰਨੇ ਇਫੈਕਟਡ ਹੋਏ ਆ? देखो कोई आइडिया जी ਤੁਸੀਂ ਹੈਲਪ ਕਰਨਾ ਚਾਹੁੰਦੇ ਹੋ? ਨਹੀਂ ਦੇਖੋ ਜੀ, ਇਫੈਕਟਡ ਮੈਨੂੰ ਦੇਖੋ ਇਹ ਹਲੇ ਸਾਡੇ ਕੋਲ ਪੂਰਾ ਇੱਕ ਤੇ ਜੋ ਵੀ ਇਹ ਸਰਕਾਰ ਕੋਲ ਇਹਦਾ ਪੂਰਾ ਡਾਟਾ ਹੋਏਗਾ, ਲੇਕਿਨ ਮੈਨੂੰ ਆ ਲੱਗਦਾ ਕਿ ਘੱਟੋ ਘੱਟ ਸਾਡੇ ਵੀ ਜਿਹੜੀ ਲੋਕ ਨੇ ਹਰ ਬੰਦੇ ਨੂੰ ਦੇਖੋ ਦਿੱਲੀ ਕਰੋਨਾ ਹੋਇਆ, ਔਰ ਇਹ ਮੈਂ ਗਿਣਤੀ ਲੱਖਾਂ 'ਚ ਹੋ ਸਕਦੀ ਹੈ ਜਿਹੜੇ ਇਫੈਕਟਡ ਲੋਕ ਨੇ। ਉਹਨੇ ਦਿੱਲੀ ਕਮੇਟੀ ਕਿਸ, ਤੁਹਾਡਾ ਬੜਾ ਅੱਛਾ ਸਵਾਲ ਹੈ, ਕਿਸ ਮਤਲਬ ਕਿਸ ਰਿਕਾਰਡ ਦੇ ਤਹਿਤ ਇਹ ਡਾਟਾ ਇਕੱਠਾ ਕਰਨਗੇ ਕਿ ਕਿੰਨੀ ਸਿੱਖ ਪਰਿਵਾਰ ਇਫੈਕਟਡ ਨੇ, ਇਹ ਵੀ ਉਹਨਾਂ ਨੂੰ ਖੁਲਾਸਾ ਕਰਨਾ ਚਾਹੀਦਾ। ਸਾਨੂੰ ਦੱਸਣ ਕਿ ਕੀ ਸੋਰਸਿਸ ਉਹਨਾਂ ਦੇ ਗਵਰਨਮੈਂਟ ਦੇ ਸੋਰਸਿਸ ਨੇ, ਕਿਸ ਸੋਰਸ ਤੋਂ ਤੁਸੀਂ ਇਹ ਦੱਸੋਗੇ ਸਾਨੂੰ ਬਈ ਤੁਸੀਂ ਅਨਾਉਂਸਮੈਂਟ ਕਰਤੀ ਕਰੋਨਾ ਇਫੈਕਟਡ, ਕਿ ਬੰਦਾ ਆਪ ਆ ਕੇ ਅੱਗੇ ਬੋਲੇ ਕਿ ਮੈਂ ਕਰੋਨਾ ਇਫੈਕਟਡ ਸਾਂ ਜਾਂ ਮੇਰੀ ਡੈਥ ਹੋਈ, ਕਿ ਤੁਸੀਂ ਕੋਈ ਰਿਕਾਰਡ ਇਕੱਠਾ ਕਰ ਰਹੇ ਹੋ। ਇਹ ਤਾਂ ਬੜਾ ਤੁਹਾਡਾ ਅੱਛਾ ਸਵਾਲ ਹੈ। ਇਸ ਚੀਜ਼ 'ਤੇ ਮੈਂ ਵੀ ਹੁਣ ਗੌਰ ਕਰਾਂਗਾ ਔਰ ਰਿਕਾਰਡ ਇਕੱਠਾ ਕਰਨ ਦੀ ਕੋਸ਼ਿਸ਼ ਕਰਾਂਗਾ, ਫਿਰ ਤੁਹਾਨੂੰ ਨੈਕਸਟ ਟਾਈਮ ਦਾ ਪੂਰਾ ਜਵਾਬ ਦਾਂਗਾ ਮੈਂ। ਤੇ ਸਰ ਗੱਲ ਚੱਲ ਰਹੀ ਸਰ ਕਰੋਨਾ ਦੀ, ਸਰ ਕਰੋਨਾ ਤੋਂ ਇਲਾਵਾ ਸਰ ਜਿਹਨੇ ਨਾਰਮਲ ਕੋਈ ਐਕਸੀਡੈਂਟਲ ਡੈਥ ਹੋਈ ਹੈ ਜਾਂ ਕੋਈ ਡਾਇਬਟੀਜ਼ ਨਾਲ, ਸਰ ਉਸ ਦੀ ਵੀ ਹੈਲਪ ਹੋਏਗੀ ਜਾਂ ਸਿਰਫ ਕਰੋਨਾ ਦੀ ਹੀ ਤੁਸੀਂ ਕਿਹਾ ਕਿ ਕਰੋਨਾ ਦੇ ਇਫੈਕਟਡ ਨਾਲ ਹੀ ਹੋਏਗੀ? ਜਿਹੜਾ ਨਹੀਂ ਦੇਖੋ, ਇਹ ਤਾਂ ਦਿੱਲੀ ਕਮੇਟੀ ਦੇ ਦੇਖੋ ਹਾਥੀ 'ਚ, ਕਿਉਂਕਿ ਉਸ ਟਾਈਮ ਉਹ ਅਨਾਉਂਸਮੈਂਟ ਕਰ ਰਹੇ ਨੇ। ਅਗਰ ਸਾਡੀ ਪਾਰਟੀ ਆਉਂਦੀ ਹੈ ਸਰ, ਤਾਂ ਅਸੀਂ ਆਲਰੇਡੀ ਇੰਸ਼ੋਰੈਂਸ ਦੀ ਗੱਲ ਕੀਤੀ ਹੋਈ ਸੀ ਸੰਗਤ ਦੀ ਕਿ ਅਸੀਂ ਸਭ ਨੇ ਇੰਸ਼ੋਰਡ ਕਰਾਂਗੇ। ਉਹਦੇ ਇਲਾਵਾ ਜਿਸ ਤਰ੍ਹਾਂ ਤੁਸੀਂ ਕਿਹਾ ਕੋਈ ਵੈਸੇ ਡੈਥ ਹੋਈ ਹੈ, ਨੈਚੁਰਲ ਡੈਥ ਹੋਈ ਹੈ, ਕੇਸ ਟੂ ਕੇਸ ਉੱਪਰ ਡਿਪੈਂਡ ਕਰਦਾ। ਕਈ ਵਾਰ ਕੋਈ ਰੱਜਿਆ ਪਰਿਵਾਰ ਹੁੰਦਾ ਉਹਨਾਂ ਨੂੰ ਲੋੜ ਨਹੀਂ ਹੁੰਦੀ, ਕਈ ਵਾਰ ਕੋਈ ਲੋੜਵੰਦ ਪਰਿਵਾਰ ਹੈ, ਲੋੜਵੰਦ ਵਾਸਤੇ ਅਸੀਂ ਹਮੇਸ਼ਾ ਹਾਜ਼ਰ ਹਾਂ। ਕਿਸੇ ਅਗਰ ਲੋੜਵੰਦ ਪਰਿਵਾਰ ਹੈ, ਬੱਚੇ ਦੀ ਫੀਸ ਮਾਫ ਕਰਨੀ ਹੈ, ਰਾਸ਼ਨ ਦੇਣਾ, ਉਹ ਤਾਂ ਅਸੀਂ ਵੈਸੇ ਵੀ ਗੁਰੂ ਕਿਰਪਾ ਨਾਲ ਕਰੀ ਆ ਰਹੇ ਹਾਂ। ਕੋਈ ਵੀ ਇਫੈਕਟਡ ਫੈਮਿਲੀ, ਬਿਲਕੁਲ ਨਾਟ ਸਪੈਸੀਫਿਕਲੀ ਕਰੋਨਾ ਇਫੈਕਟਡ, ਹਾਂ ਨਹੀਂ ਕੋਈ ਗੱਲ ਨਹੀਂ, ਉਹ ਤਾਂ ਵੀ ਅਸੀਂ ਦੇਖਾਂਗੇ। ਕਿਉਂਕਿ ਦੇਖੋ ਦਿੱਲੀ ਕਮੇਟੀ, ਮੈਂ ਹੀ ਤੁਹਾਨੂੰ ਕਹਿ ਰਿਹਾ, ਦਿੱਲੀ ਕਮੇਟੀ ਦਾ ਕੰਮ ਹੈ ਸਿੱਖਾਂ ਦੀ ਬਿਹਤਰੀ ਲਈ। ਹੁਣ ਸਾਡਾ ਵੀ ਸਲੋਗਨ ਕੀ ਹੈ? ਸਿੱਖਾਂ ਦੀ ਹੱਕ ਦੀ ਆਵਾਜ਼। ਤੇ ਸਿੱਖਾਂ ਦੀ ਹੱਕ ਦੀ ਆਵਾਜ਼ ਤਾਂ ਹੀ ਹੋਗੀ ਤੇ ਸਾਰੇ ਸਿੱਖ ਹੋਣਗੇ। ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਜੀ ਜਿਹੜੇ ਵੀ ਇਫੈਕਟਡ ਲੋਕ ਨੇ ਔਰ ਲੋੜਵੰਦ ਨੇ, ਇਹ ਚੈੱਕ ਕਰਨਾ ਬੜਾ ਜ਼ਰੂਰੀ ਹੈ ਕਿ ਲੋੜਵੰਦ ਜਿਹੜੇ ਪਰਿਵਾਰ ਉਹਨਾਂ ਨੂੰ ਅਸੀਂ ਜ਼ਰੂਰ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।